ਜਾ ਰਹੇ ਨੇ ਜੀਵਨ ਹੋਸ਼ ਵਾਲਾ ਹੋਏ। ਠੀਕ ਹੈ, ਇੱਕ ਦਿਨ ਇੱਥੇ ਕਿਸੇ ਨੇ ਨਹੀਂ ਰਹਿਣਾ, ਨਾ ਕੋਈ ਰਿਹਾ ਨਾ ਕੋਈ ਰਹਿ ਸਕਦਾ, ਪਰ ਇਹਦਾ ਅਰਥ ਇਹ ਨਹੀਂ ਵੀ ਆਪਾਂ ਜ਼ਿੰਦਗੀ ਤੋਂ ਨਿਰਾਸ਼ ਹੋ ਜਾਈਏ, ਜ਼ਿੰਮੇਦਾਰੀਆਂ ਤੋਂ ਭੱਜ ਜਾਈਏ। ਸੰਸਾਰ ਠੀਕ ਹੈ, ਸਦੀਵੀ ਨਹੀਂ ਹੈ, ਪਰ ਜਿੰਨਾ ਚਿਰ ਤੱਕ ਜੀਵਨ ਹੈ ਸਾਡਾ ਵਿਵਹਾਰ ਚੰਗਾ ਹੋਏ, ਸਾਡੇ ਵਿਚਾਰ, ਸਾਡਾ ਕਿਰਦਾਰ ਚੰਗਾ ਹੋਏ, ਉਹ ਇਹ ਲਾਹਾ ਹੈ ਜ਼ਿੰਦਗੀ ਦਾ। ਖੱਟ ਸਕਦੇ ਹਾਂ, ਪ੍ਰਾਪਤ ਕਰ ਸਕਦੇ ਹਾਂ, ਬਾਕੀ ਤੇ ਸਰੀਰ ਮੁੱਕਿਆ, ਖਤਮ ਗੱਲ। ਉਸ ਤੋਂ ਬਾਅਦ ਸਾਹਿਬ ਕਹਿੰਦੇ ਸਾਡੇ ਵੱਸ ਕੁਝ ਨਹੀਂ, ਸਭ ਕੁਛ ਜੀਵਤ ਕੋ ਵਿਵਹਾਰ। ਸਾਂਝਾਂ ਜਿਉਂਦਿਆਂ ਦੀਆਂ ਨੇ, ਰਿਸ਼ਤੇ ਜਿਉਂਦਿਆਂ ਦੇ ਨੇ, ਮਰਨ ਤੋਂ ਬਾਅਦ ਕਿਹਦੀ ਸਾਂਝ। ਆ ਸਾਡਾ ਪੁਰਾਣਾ ਰਿਵਾਜ਼ ਹੁੰਦਾ ਸੀ, ਕਿਸੇ ਦਾ ਅੰਤਿਮ ਸੰਸਕਾਰ ਹੋਣਾ ਤੇ ਜਦੋਂ ਉੱਥੋਂ ਘਰਦਿਆਂ ਨੇ, ਲੋਕਾਂ ਨੇ, ਰਿਸ਼ਤੇਦਾਰਾਂ ਨੇ ਮੁੜਨਾ ਤੇ ਤੀਲੇ ਤੋੜਦੇ ਹੁੰਦੇ ਸੀ। ਅੱਜ ਵੀ ਹੈ ਪਿੰਡਾਂ 'ਚ, ਤੀਲਾ ਤੋੜ ਦੇਣਾ। ਉਹਦਾ ਅਰਥ ਇਹ ਸੀ ਵੀ ਹੁਣ ਤੇਰੀ ਸਾਡੀ ਸਾਂਝ ਨਹੀਂ ਰਹੀ, ਤੇਰਾ ਸਾਡਾ ਰਿਸ਼ਤਾ ਨਹੀਂ ਰਿਹਾ, ਹੁਣ ਸਰੀਰ ਹੀ ਨਹੀਂ ਰਿਹਾ ਤੇਰਾ। ਕਾਕੀ ਮਾਤ ਪਿਤਾ ਕਉ ਕਾਕੋ, ਕਵਨ ਪੁਰਖ ਕੀ ਜੋਈ। ਘਟ ਫੂਟੈ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਤੋ ਗੁਰਦੇਵ ਕਹਿੰਦੇ ਜੀਵਤ ਲੋ ਵਿਵਹਾਰ, ਜਿਉਂਦਿਆਂ ਵਿਵਹਾਰ ਹੈ ਉਹ ਸਾਡਾ ਚੰਗਾ ਹੋਏ, ਸਾਡੀ ਵਿਚਾਰ ਚੰਗੀ ਹੋ, ਜ਼ਿੰਦਗੀ ਗਫਲਤ ਵਿੱਚ ਨਾ ਹੋਏ। ਜਾਗਰਤ ਅਵਸਥਾ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਗੁਰਦੇਵ ਇਹ ਸੁਨੇਹਾ ਦੇ ਕੇ ਡਰਾ ਨਹੀਂ ਰਹੇ, ਇਹ ਨਹੀਂ ਕਹਿੰਦੇ ਮਾਯੂਸ ਹੋ ਜਾ, ਉਦਾਸ ਹੋ ਜਾ, ਰੋਟੀ ਛੱਡ ਦੇ, ਪਰਿਵਾਰ ਛੱਡ ਦੇ, ਕਾਰੋਬਾਰ ਛੱਡ ਦੇ, ਝੂਠੀ ਹੈ ਦੁਨੀਆ। ਰੋਪੜ ਦਾ ਮੂਸਾ ਸੀ ਪੀਰ, ਆਪ ਜੀ ਨੂੰ ਪਤਾ ਹੈ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ, ਲਗਭਗ 1665 ਵਿੱਚ। 1664 ਨੂੰ ਗੁਰੂ ਤੇਗ ਬਹਾਦਰ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਏ। ਸਤਿਗੁਰੂ ਬਕਾਲੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੇ ਹੁੰਦੇ ਹੋਏ ਫਿਰ ਸਤਿਗੁਰੂ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਹੁੰਦੇ ਹੋਏ ਮਾਖੋਵਾਲ ਉਸ ਥਾਂ ਤੇ ਪਹੁੰਚੇ ਸੀ ਜਿੱਥੇ ਮਾਖੋ ਨਾਮ ਦਾ ਕੋਈ ਡਾਕੂ ਲੁਟੇਰਾ ਹੁੰਦਾ ਸੀ। ਪਹਿਲੋਂ ਲੋਕ ਡਰਦੇ ਸੀ, ਉਹਦੇ ਮਰਨ ਤੋਂ ਬਾਅਦ ਵੀ। ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਜ਼ਮੀਨ ਖਰੀਦੀ, ਉੱਥੇ ਨਗਰ ਵਸਾਇਆ, ਚੱਕ ਨਾਨਕੀ, ਜਿਹਨੂੰ ਆਪਾਂ ਅੱਜ ਕੱਲ੍ਹ ਆਨੰਦਪੁਰ ਸਾਹਿਬ ਆਖਦੇ ਹਾਂ। ਤੇ ਰੋਪੜ ਦਾ ਮੂਸਾ ਨੂੰ ਪਤਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਬਾਰੇ, ਸੋਚਿਆ ਚਲੋ ਗੁਰੂ ਦੇ ਪੀਰ ਦੇ ਦੀਦਾਰ ਕਰਦੇ ਹਾਂ, ਪਰ ਮਨ ਵਿੱਚ ਖਿਆਲ ਸੀ ਵੀ ਬੈਠੇ ਹੋਣਗੇ ਉਦਾਸ ਸਮਾਧੀ 'ਚ, ਚੁੱਪਚਾਪ, ਬਹੁਤ ਥੋੜ੍ਹਾ ਬੋਲਦੇ ਹੋਣਗੇ। ਪਰ ਅੱਗੇ ਸਤਿਗੁਰੂ ਨਗਰ ਵਸਾ ਰਹੇ ਸੀ, ਕਹਿ ਰਹੇ ਸੀ ਭਾਈ ਦਰਵਾਜ਼ਾ ਛੋਟਾ ਹੈ, ਛੱਤ ਭਾਈ ਨੀਵੀਂ ਹੈ, ਉੱਚੀ ਕਰੋ ਭਾਈ, ਇਹ ਗਲੀ ਖੁੱਲੀ ਰੱਖੋ, ਆਉਣ ਜਾਣ ਸੌਖਾ ਹੋਵੇਗਾ। ਮੂਸਾ ਹੈਰਾਨ ਹੋਇਆ ਵੀ ਇਹ ਕੀ, ਇੱਕ ਐਸਾ ਗੁਰੂ ਹੈ, ਇਹਨਾਂ 'ਚ ਤੇ ਪਕੜ ਬੜੀ ਹੈ, ਲੋਕੀ ਘਰ ਬਣਾਉਂਦੇ ਨੇ ਤੇ ਨਗਰ ਹੀ ਬਣਾਈ ਜਾ ਰਹੇ ਹੈ। ਤੋ ਸਤਿਗੁਰੂ ਨਾਲ ਉਹ ਤੁਰਦਾ ਗਿਆ, ਅੱਗੇ ਬੱਚੇ ਖੇਡ ਰਹੇ ਸੀ, ਕੁਝ ਬਣਾ ਰਹੇ ਸੀ, ਕੁਝ ਢਾਹ ਰਹੇ ਸੀ। ਤੇ ਗੁਰਦੇਵ ਕਹਿੰਦੇ ਮੂਸਾ ਤੇਰੇ ਮਨ 'ਚ ਜਿਹੜੇ ਖਿਆਲ ਨੇ, ਵਿਚਾਰ ਨੇ, ਯਾਦ ਰੱਖੀ, ਆ ਵੇਖ ਜਿਵੇਂ ਬੱਚੇ ਕੁਝ ਬਣਾ ਰਹੇ ਨੇ, ਢਾਹ ਰਹੇ ਨੇ। ਗੁਰਦੇਵ ਕਹਿੰਦੇ ਬੱਚੇ ਬਣਾਉਣ ਲੱਗਿਆਂ ਵੀ ਉੱਦਾਂ ਨੇ, ਢਾਉਣ ਲੱਗਿਆਂ ਵੀ ਉੱਦਾਂ ਨੇ।
ਬਸ ਮਨ ਨੂੰ ਇਸੇ ਤਰ੍ਹਾਂ ਨਿਰਲੇਪ ਰੱਖਿਆ ਜਾਏ। ਉਦਾਸੀ ਦਾ ਭਾਵ ਵੈਰਾਗੀ ਜਿਹੜੀ ਹੈ, ਵੈਰਾਗ ਉਦਾਸ ਉਪਰਾਮ ਮਨ ਕਰਕੇ ਹੋਣਾ, ਤਨ ਕਰਕੇ ਨਹੀਂ ਹੋਣਾ। ਠੀਕ ਹੈ, ਕੁਝ ਬਣਦਾ ਰਹੇ, ਕੁਝ ਜੁੜਦਾ ਰਹੇ, ਕੁਝ ਵਿਛੜਦਾ ਰਹੇ, ਕੁਝ ਮਿਲਦਾ ਰਹੇ, ਕੁਝ ਖਾਂਦੇ ਰਹੀਏ, ਕੁਝ ਖਰਚਦੇ ਰਹੀਏ। ਇਹ ਜ਼ਿੰਦਗੀ ਦਾ ਵਿਵਹਾਰ ਹੈ। ਰੱਬ ਦੇ ਨਾਂ ਤੇ, ਸਮਾਧੀ ਦੇ ਨਾਂ ਤੇ, ਭਗਤੀ ਦੇ ਨਾਂ ਤੇ ਨਹੀਂ ਪੇਦੇ ਤੂੰ ਮੁਨਕਰ ਹੋ ਜਾਵਾਂਗੇ। ਸਰੀਰ ਹੈ, ਲੋੜਾਂ ਨੇ, ਸਰੀਰ ਹੈ, ਜ਼ਰੂਰਤਾਂ ਨੇ, ਚਾਹੀਦੀਆਂ ਨੇ। ਰਿਸ਼ਤੇ ਭਾਵੇਂ ਸਤਿਗੁਰ ਕਹਿ ਰਹੇ ਨੇ ਵੀ ਕੋਈ ਅੰਤ ਵੇਲੇ ਸਾਥ ਨਹੀਂ ਦੇ ਰਹੇ, ਪਰ ਇਹਦਾ ਅਰਥ ਇਹ ਵੀ ਨਹੀਂ ਵੀ ਮਾਂ ਦਾ ਸਾਥ, ਪੁੱਤਰਾਂ ਧੀਆਂ ਦਾ ਸਾਥ ਠੀਕ ਹੈ। ਜਦੋਂ ਛੋਟਾ ਬਚਪਨ ਹੁੰਦਾ ਹੈ, ਮਾਂ ਪਿਓ ਸਾਂਭਦੇ ਨੇ। ਆਪਣੇ ਧੀਆਂ ਪੁੱਤ ਹੋ ਗਏ, ਬਜ਼ੁਰਗ ਹੋ ਗਏ, ਉਹ ਸਾਂਭਣਗੇ। ਜ਼ਿੰਮੇਦਾਰੀ ਇੱਕ ਦੂਸਰੇ ਪ੍ਰਤੀ ਉਹ ਨਿਭਾਉਣੀ ਜ਼ਰੂਰੀ ਹੈ। तो मेरे गुरुदेव जी ने बख्शिश कीती व्यवहार है चंगा होए, सोझी वाला होए, जागृत अवस्था वाला होए, बेसुरत हो के नहीं, बेसमझी च नहीं, सो किछ कर जित मैल ना लागे। इतना होश पूर्ण तेरा जीवन होए, हरे कर्म हरेक जीवन का व्यवहार होश वाला होए, ऐश वाला नहीं, होश वाला चाहिए, जागृति चाहिए। तो गुरुदेव कहते पर यह भी सच्चाई है संसार दी, जिंदगी दी, इत्थे सदा कोई नहीं रहा। सच जाणिओ जदों मन करके आपां इह गल जान लई ना, फिर ऐब पाप झूठ धोखा तड़ी सब मिट जाणगे। अजे ते असीं बुद्धि करके जाने हैं कि संसार झूठा है जी, झूठा है। जिदन मन करके अनुभव करके महसूस कर लिया, कर्मां विच निर्लेपता आ जाएगी। रवांगे काम करांगे निर्लेप हो के, निर्लेप पूर्ण तौर ते। जदों गुरु अमरदास साहब कहंदे मन नूं ज्ञान आ जाए ना, ए मन प्यारिया तू सदा सच संभाले, ए कुटुंब तू जे देखदा, चलै नाही तेरे नाले, साथ तेरा चलै नाही तिस नाल, क्यों चित लाइए ऐसा काम मूले ना कीचै, जित अंत पछोताइए। सतगुरु का उपदेश सुन तू होवै तेरे नाले, कह नानक मन प्यारे तू सदा सच संभाले। ये बोध है मन का। जदों वाकई ये बोध आ गया फिर निर्लेपता है। नहीं तो इतिहास दसदा अज गुरु नानक ने भेजिया, ਉਹ सियालकोट की धरती है, हमजा गौश वो पीर सी। गुरुदेव ने भेजिया भाई मरदाना जी नूं सच झूठ, एक पैसे दा सच झूठ लैके आओ। हुण कित्थों लियाए? दुकानदार ते सब्जी वेचण वाले, कपड़े वेचण वाले, सौदा वेचण वाले। बोधक तल इतना गहरा नहीं सी। हाँ मिलिया एक जिन्हों भाई मूला आखदे आ, नाल किराड़ा दोस्ती कूड़े कूड़ी पाए, ऐसा हुंदा। तो जदों भाई मरदाना जी गए, उन्हें लिख दिता एक कागज ते, मरना सच, जिउना झूठ। मैं जो बेनती कर रहा ठीक लिखे है, सच है। आपां भी ये गल मनदे आ, आपां भी बोधक तौर ते जाणदे आ, पर अनुभव तौर ते नहीं जाणदे। वो जदों गुरु नानक भाई मूले दे विहड़े ते गए सी, मूलिया चल चलीए, लुक गया सी भी मैं इस बाबे फकीर नाल चला गया तो दुकान ते कौन बैठेगा, कारोबार कौन चलाएगा। इतिहास दसदा है कागज ते लिखना सौखा है, सच जाने कहना सुनना सौखा है, पर अनुभव दे जिदन ये सच अनुभव च आ गया ना भी
ਇੱਕ ਸਰਾਂ ਹੈ, ਇੱਥੇ ਕੋਈ ਸਦਾ ਨਹੀਂ ਰਿਹਾ। ਉਦਣ ਨਿਰਲੇਪ, ਉਦਣ ਆਪਾਂ ਇੱਕ ਪਲ ਪਲ ਨੂੰ ਜੀਣ ਲੱਗ ਪਾਂਗੇ। ਉਦਣ ਵੈਰ ਵਿਰੋਧ ਝੂਠ ਸਭ ਮੁੱਕ ਜਾਣਗੇ ਜੀਵਨ 'ਚ। ਤਾਂ ਹੀ ਗੁਰੂ ਕੀ ਬਾਣੀ ਨੇ ਗਿਆਨ ਬਖਸ਼ਿਆ ਸਾਨੂੰ, ਕਿਉਂਕਿ ਅਸਲ ਵਿੱਚ ਮੌਤ ਦਾ ਗਿਆਨ ਬ੍ਰਹਮ ਗਿਆਨ ਹੈ, ਬ੍ਰਹਮ ਵੱਲ ਲੈ ਜਾਂਦਾ। ਬਾਬਾ ਬੁੱਢਾ ਜੀ ਨੂੰ ਕਿਹੜਾ ਗਿਆਨ ਆਇਆ ਸੀ? ਮੌਤ ਦਾ ਹੀ ਆਇਆ ਸੀ। ਇਹੀ ਪਤਾ ਲੱਗਾ ਸੀ ਵੀ ਉਹ ਉਮਰ ਨਹੀਂ ਵੇਂਦਾ ਕਾਲ। ਜਿਹੜਾ ਸੰਸਾਰ 'ਚ ਆ ਗਿਆ, ਕਾਲ ਸਭ ਵਾਸਤੇ ਬਰਾਬਰ ਹੈ, ਛੋਟੇ ਵਾਸਤੇ, ਬਜ਼ੁਰਗ ਵਾਸਤੇ, ਬੱਚੇ ਵਾਸਤੇ। ਨਾ ਬਾਰਕ ਨਾ ਜੋਬਨੈ, ਨਾ ਬਿਰਦੀ ਕੱਛ ਬੰਦ, ਉਹ ਬੇਰਾ ਨਾ ਬੂਝੀਐ, ਜੋ ਆਏ ਪਰੇ ਜਮ ਫੰਦ। ਉੱਥੇ ਬੇੜਾ ਨਹੀਂ ਬੁੱਝਿਆ ਜਾਂਦਾ, ਉੱਥੇ ਸਮਾਂ ਨਹੀਂ ਵੇਖਿਆ, ਉਮਰ ਨਹੀਂ ਵੇਖੀ ਜਾਂਦੀ। ਬਾਬਾ ਬੁੱਢਾ ਜੀ ਨੂੰ ਇਹ ਗਿਆਨ ਹੋਇਆ, ਇਹਦੇ 'ਚ ਉਹਨਾਂ ਨੂੰ ਬ੍ਰਹਮ, ਆਪਾਂ ਕਹਿੰਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਬੜਾ ਮਹਾਨ ਗਿਆਨ ਹੋ ਗਿਆ। ਸਿਧਾਰਥ ਰਾਜਾ ਸੀ, ਪਰ ਉਹਨੂੰ ਜਦੋਂ ਗਿਆਨ ਹੋ ਗਿਆ, ਵੇਖਿਆ ਵੀ ਬਜ਼ੁਰਗ ਹੈ, ਕੋਈ ਮਰੀਜ਼ ਹੈ, ਕੋਈ ਅੱਜ ਜਾ ਰਿਹਾ ਸੰਸਾਰ ਤੋਂ ਅਰਥੀ ਤੇ ਸਵਾਰ ਹੋ ਕੇ। ਇਤਨਾ ਗਹਿਰਾ ਬੋਧ ਆਇਆ, ਸਿਧਾਰਥ ਰਾਜਾ ਮਹਾਤਮਾ ਬੁੱਧ ਬਣ ਗਏ। ਦੁਨੀਆ ਨਮਸਕਾਰ ਕਰਦੀ ਹੈ। ਤੋ ਗੁਰਦੇਵ ਨੇ ਜਦੋਂ ਇਹ ਗਿਆਨ ਸਾਨੂੰ ਬਾਣੀ 'ਚ ਬਖਸ਼ਿਆ, ਇਸ ਵਾਸਤੇ ਵੀ ਅਸੀਂ ਜਾਗਰਤ ਅਵਸਥਾ ਚਾਹੀਏ, ਸਾਨੂੰ ਬ੍ਰਹਮ ਸੱਚ ਦੀ ਸੋਝੀ ਆਏ, ਸੰਸਾਰ 'ਚ ਨਿਰਲੇਪ ਰਹੀਏ ਜ਼ਰੂਰ, ਕਮਾਈਏ ਜ਼ਰੂਰ ਧੀਆਂ ਪੁੱਤਾਂ ਵਾਸਤੇ, ਪਰ ਪਰਾਇਆ ਹੱਕ ਨਾ ਖਾਈਏ। ਕਰਮ ਹੋਣ ਜ਼ਰੂਰ ਪਰ ਨਿਰਲੇਪ ਹੋਣ, ਵਿਵਹਾਰ ਹੋਏ ਚੰਗਾ ਹੋਏ ਸਤਿਗੁਰੂ। ਇਹ ਗਿਆਨ ਦੇ ਰਹੇ ਨੇ ਸਤਿਗੁਰੂ। ਸਤਿਗੁਰ ਜਿਹੜੀ ਉਦਾਸੀ ਦੀ ਗੱਲ ਕਰਦੇ ਨੇ, ਵੈਰਾਗ ਦੀ ਗੱਲ ਕਰਦੇ ਨੇ, ਸੰਸਾਰ ਛੱਡਣ ਦੀ ਗੱਲ ਕਰਦੇ ਨੇ, ਉਹ ਮਨ ਦੀ ਹੈ। ਸਰੀਰ ਤੋਂ ਪਹਿਲੋਂ ਸੰਸਾਰ ਦਾ ਛੁੱਟ ਜਾਣਾ ਮੁਕਤੀ ਹੈ, ਮੁਕਤ ਅਵਸਥਾ। ਸਰੀਰ ਕਰਕੇ ਛੱਡਿਆ ਤੇ ਉਹ ਮਜਬੂਰੀ ਹੈ, ਉਹ ਮਜਬੂਰੀ ਹੈ। ਉਹ ਛੱਡਣਾ ਨਹੀਂ ਸੀ ਚਾਹੁੰਦਾ ਅਜੇ ਮਨ, ਪਰ ਕਾਲ ਨੇ ਛਡਾਤਾ। ਜਦੋਂ ਕਾਲ ਕੁਝ ਛਡਾਉਂਦਾ ਬੜਾ ਦੁੱਖਦਾਈ ਹੈ, ਉਹਦਾ ਮਰਨਾ ਤਾਂ ਹੀ ਦੁੱਖਦਾਈ ਹੈ, ਕਿਉਂਕਿ ਮਨ ਨਹੀਂ ਮੰਨ ਰਿਹਾ। ਸੁਰਤ ਨੇ ਅਜੇ ਸੰਸਾਰ ਪਕੜਿਆ, ਸਰੀਰ ਛੱਡ ਰਿਹਾ, ਕਾਲ ਛਡਾ ਰਿਹਾ। ਦੂਸਰਾ ਸੰਸਾਰ ਛੱਡਣਾ ਹੁੰਦਾ ਹੈ ਗਿਆਨ ਨਾਲ। ਜਿਨੇ ਗਿਆਨ ਦੀ ਅਵਸਥਾ 'ਚ ਮਨ ਕਰਕੇ ਸੰਸਾਰ ਤੋਂ ਨਿਰਲੇਪ ਹੋ ਗਿਆ, ਉਹਦੇ ਵਾਸਤੇ ਸੁਖਦਾਈ ਹੈ, ਉਹਦੇ ਵਾਸਤੇ ਮੁਬਾਰਕ ਹੈ ਸਭ ਕੁਝ। ਉਹ ਮੁਕਤ ਹੈ। ਮੇਰੇ ਗੁਰਦੇਵ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਸਭ ਕਿਛ ਜੀਵਤ ਕੋ ਵਿਵਹਾਰ। ਸੰਸਾਰ ਜਿਉਂਦਿਆਂ ਦੇ ਮੇਲੇ ਨੇ, ਮਿੱਤਰ ਭੈਣ ਭਰਾ, ਪਤੀ ਪਤਨੀ, ਧਨ ਦੌਲਤ। ਮੁਰਦੇ ਵਾਸਤੇ ਕੀ ਸੰਬੰਧ ਹੈ? ਕੁਝ ਵੀ ਨਹੀਂ। ਜਿੰਨੇ ਵੀ ਸ਼ਰਾਧ ਖਵਾਈ ਜਾਓ, ਉਹਨੇ ਤੇ ਖੀਰ ਖਾਣੀ ਨਹੀਂ, ਉਹਨੇ ਤੇ ਸਾਡੇ ਮੰਜੇ ਵਰਤਨੇ ਨਹੀਂ। ਸਰੀਰ ਹੀ ਨਹੀਂ ਰਿਹਾ, ਸਰੀਰ ਹੀ ਅੱਖਾਂ ਸਾਹਮਣੇ ਅਸੀਂ ਸੰਸਕਾਰ ਕਰ ਦਿੱਤਾ। ਤੇ ਆਤਮ ਨੂੰ ਲੋੜ ਨਹੀਂ ਹੁੰਦੀ। ਆਪਾਂ ਰੂਹ ਦੀ ਗੱਲ ਕਰਦੇ ਹਾਂ, ਜਿੰਦ ਦੀ ਕਰਦੇ ਹਾਂ। ਆਤਮਾ ਕੋਈ ਵੀ ਨਾਮ ਹੈ, ਉਹ ਸਸਤੀ ਨੂੰ, ਉਹਨੂੰ ਤੇ ਲੋੜ ਨਹੀਂ ਹੈ। ਇਹ ਸਾਡੇ ਭਰਮ ਨੇ, ਭੁਲੇਖੇ ਨੇ। ਤੋ ਸਾਹਿਬ ਕਹਿੰਦੇ, ਮਾਤ ਪਿਤਾ ਭਾਈ ਸੁਤ ਬੰਧਪ ਅਰ ਫੁਨ ਗ੍ਰਹਿ ਕੀ ਨਾ ਰਹੋ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਸਤਿਗੁਰ ਕਹਿੰਦੇ ਮਾਂ ਹੈ, ਪਿਤਾ ਹੈ, ਭਾਈ ਹੈ, ਔਲਾਦ ਹੈ, ਬੰਧਪ ਨੇ, ਘਰ ਦੀ ਇਸਤਰੀ ਹੈ, ਇਸਤਰੀ ਵਾਸਤੇ ਪਤੀ ਹੈ। ਮੁਰਦੇ ਨਾਲ ਕੀ ਸੰਬੰਧ ਬਣੇ? ਫਿਰ ਤੇ ਕਾਢੋ ਕਾਢੋ ਹੋਈ ਹੈ। ਕਿਉਂਕਿ ਸੰਬੰਧ ਇਹ ਵੀ ਯਾਦ ਰੱਖੀਏ, ਸਰੀਰ ਦਾ ਹੀ ਨਹੀਂ ਹੈ, ਇਕੱਲਾ ਆਤਮ ਦਾ ਹੈ। ਰੱਬ ਦੀ ਜੋਤ ਕਰਕੇ ਸੰਬੰਧ ਹੈ।
ਜੇ ਸਰੀਰ ਦਾ ਹੀ ਸੰਬੰਧ ਹੁੰਦਾ ਫਿਰ ਮੁਰਦੇ ਕੋਲ ਸਰੀਰ ਹੈ। ਆਪਾਂ ਤੇ ਅੱਜ ਕੱਲ੍ਹ ਹਸਪੀਟਲ ਤੋਂ ਹੀ ਪਰੇ ਨੂੰ ਲੈ ਜਾਂਦੇ ਕਿ ਘਰ ਕੀ ਲਿਆਉਣਾ। ਅਸੀਂ ਇੱਦਾਂ ਹੀ ਕਰਦੇ ਹਾਂ ਬਹੁਤ ਵਾਰ। ਇਹ ਨਾ ਕੋਈ ਸਮਝੇ ਵੀ ਸਰੀਰ ਦਾ ਸੰਬੰਧ ਹੈ। ਠੀਕ ਹੈ, ਮੁਬਾਰਕ ਹੈ, ਜਿੰਨਾ ਚਿਰ ਤੱਕ ਸਰੀਰ 'ਚ ਪ੍ਰਾਣ ਚੱਲਦੇ ਨੇ। ਜਦੋਂ ਪ੍ਰਾਣ ਨਹੀਂ, ਆਤਮ ਨਹੀਂ, ਸੱਤਾ ਨਹੀਂ, ਚੇਤਨਤਾ ਨਹੀਂ, ਸਰੀਰ ਤੇ ਪਿਆ, ਫਿਰ ਕੋਈ ਨਹੀਂ ਕਹਿੰਦਾ ਪਾਪਾ ਜੀ, ਦਾਰ ਜੀ, ਕੋਈ ਨਹੀਂ ਕਹਿੰਦਾ। ਫਿਰ ਆਪਾਂ ਕਹਿੰਦੇ ਡੈਡ ਬੋਡੀ ਹੈ। ਇਸ ਵਾਸਤੇ ਸਤਿਗੁਰ ਕਹਿੰਦੇ ਇਹ ਹਕੀਕਤ ਨੂੰ ਪੱਲੇ ਬੰਨ੍ਹ ਕੇ ਰੱਖਿਓ। ਇਤਨਾ ਗਲਤਾਨ ਨਾ ਹੋ ਜਾਇਓ ਮੈਂ ਮੇਰੀ 'ਚ। ਜ਼ਿੰਦਗੀ ਜੀਣਾ ਹੀ ਭੁੱਲ ਜਾਈਏ, ਐਸਾ ਹੁੰਦਾ ਹੈ। ਅਸੀਂ ਪਦਾਰਥਾਂ ਵਾਸਤੇ, ਦੂਜੇ ਵਾਸਤੇ, ਪਰਿਵਾਰ ਵਾਸਤੇ ਆਪਣਾ ਜੀਵਨ ਵੀ ਭੁੱਲ ਜਾਂਦੇ। ਇਤਨੇ ਪਾਪ, ਇਤਨੀ ਭੱਜ ਨੱਠ ਜ਼ਿੰਦਗੀ 'ਚ ਹੁੰਦੀ ਹੈ। ਆਪਣਾ ਜੀਵਨ ਹੀ ਨਹੀਂ ਯਾਦ ਰਿਹਾ। ਆਪਣੇ ਨਾਲ ਦੋ ਘੜੀਆਂ ਆਪਣੇਪਣ ਦਾ ਅਹਿਸਾਸ ਨਹੀਂ ਹੁੰਦਾ ਸਾਨੂੰ, ਬਾਕੀ ਚੀਜ਼ਾਂ ਦਾ ਹੈ। ਅਸੀਂ ਆਪਣੇ ਤੋਂ ਦੂਰ ਹੋ ਗਏ, ਆਪਣੇ ਆਪ ਨੂੰ ਮਾਣਿਆ ਹੀ ਨਹੀਂ ਕਦੇ ਕਿ ਉਸ ਮਾਲਕ ਦੀ ਜੋਤ, ਉਹਦੀਆਂ ਦਾਤਾਂ, ਉਹਦੀ ਅਮੋਲਕ ਇਹ ਦਾਤ ਮੈਨੂੰ ਮਿਲੀ ਹੈ। ਤੋ ਸਾਹਿਬ ਕਹਿੰਦੇ ਯਾਦ ਰੱਖੀ, ਮਾਂ ਹੈ, ਪਿਓ ਹੈ, ਭਾਈ ਹੈ, ਸੁੱਤ ਹੈ, ਬੰਧਪ ਹੈ, ਪਤਨੀ ਹੈ, ਪਤੀ, ਜੋ ਵੀ ਹੈ, ਇਹ ਜੀਂਦਿਆਂ ਤੱਕ ਵਿਵਹਾਰ ਹੈ। ਸੰਸਾਰ, ਸਰੀਰ, ਪਦਾਰਥ, ਬਸ ਜਿੰਨਾ ਚਿਰ ਆਖਰੀ ਸਵਾਸ ਹੈ। ਮੁਰਦਾ ਧਨ ਨਾਲ ਕੀ ਸੰਬੰਧ ਬਣਾਏਗਾ? ਨਹੀਂ ਬਣਾ ਸਕਦਾ। ਜਿੰਦੇ ਬਣਾ ਸਕਦਾ। ਮੁਰਦਾ ਪਰਿਵਾਰ ਨਾਲ ਕੀ ਸੰਬੰਧ ਬਣਾਏਗਾ? ਨਹੀਂ, ਨਹੀਂ ਬਣਾ ਸਕਦਾ। ਤੋ ਸਾਹਿਬ ਜੀ ਕਹਿੰਦੇ ਨੇ, ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ। ਸਰੀਰ ਤੋਂ ਜਦੋਂ ਪ੍ਰਾਣ ਵੱਖਰੇ ਹੋਏ, ਸਵਾਸ ਨਹੀਂ ਰਹੇ, ਟੇਰਤ ਪ੍ਰੇਤ ਪੁਕਾਰ, ਵੇਖ ਕੇ ਲੋਕ ਕਹਿੰਦੇ ਨੇ ਗੁਜ਼ਰ ਗਏ। ਪ੍ਰੇਤ ਦਾ ਅਰਥ ਹੈ ਗੁਜ਼ਰਿਆ ਹੋਇਆ, ਬੀਤਿਆ ਹੋਇਆ। ਕਈ ਸ਼ਬਦ ਆਪਾਂ ਵਰਤਦੇ ਉਹਦੇ ਵਾਸਤੇ। ਗੁਰੂਦੇਵ ਕਹਿੰਦੇ ਉਹ ਫਿਰ ਗੁਜ਼ਰਿਆ ਹੋਇਆ ਹੋ ਗਿਆ, ਉਹ ਪ੍ਰੇਤ ਵਰਗਾ ਹੋ ਗਿਆ। ਲਾਗੇ ਨਹੀਂ ਕੋਈ ਲੱਗਦਾ। ਸੱਚ ਹਕੀਕਤ ਹੈ, ਫਿਰ ਨਹੀਂ ਲਾਗੇ ਲੱਗਦਾ। ਕਈ ਵਾਰ ਘਰ ਰੱਖਣਾ ਪੈਂਦਾ, ਵਿਦੇਸ਼ ਵਿੱਚ ਧੀ ਪੁੱਤ ਹੈ, ਵੀ ਚਲੋ ਹਫ਼ਤਾ ਲੱਗ ਜਾਣਾ ਹੈ, 2-4 ਦਿਨ ਲੱਗ ਜਾਣੇ ਨੇ, ਫਿਰ ਆਪਾਂ ਹੌਸਪੀਟਲ 'ਚ ਹੀ ਰੱਖਦੇ ਹਾਂ। ਠੀਕ ਹੈ, ਮਿੱਟੀ ਨੂੰ ਘਰ 'ਚ ਰੱਖ ਕੇ ਵੀ ਕੀ ਲਾਭ ਹੈ? ਸੰਬੰਧ ਤੇ ਰਿਹਾ ਨਹੀਂ ਹੁਣ ਕੋਈ। ਰਸਮਾਂ ਨੇ, ਉਹ ਮਰਿਆਦਾ ਹੈ ਜਿਹੜੀ ਨਿਭਾਉਣੀ ਹੈ ਸਮਾਜ ਦੀ ਜਾਂ ਧਰਮ ਦੀ, ਹੋਰ ਤੇ ਕੁਝ ਵੀ ਨਹੀਂ ਹੈ। ਸਾਂਝ ਤੇ ਰਹੀ ਨਹੀਂ, ਸਾਹਿਬ ਕਹਿੰਦੇ, ਕਿਸੇ ਰੂਪ ਦੇ ਵਿੱਚ। ਤੋ ਟੇਰਤ ਪ੍ਰੇਤ ਪੁਕਾਰ, ਆਦ ਘਰੀ ਕੋ ਨਾ ਰਾਖੈ, ਘਰ ਤੇ ਦੇਤ ਨਿਕਾਰ। ਸਤਿਗੁਰ ਕਹਿੰਦੇ ਅੱਧੀ ਘੜੀ ਵੀ ਰਾਜੀ ਨਹੀਂ ਹੋਇਆ ਕੋਈ ਰੱਖਣ। ਆਦ ਘਰੀ ਕੋ ਨਾ ਰਾਖੈ, ਘਰ ਤੇ ਦੇਤ ਨਿਕਾਰ। ਜਿਹਨੂੰ ਆਪਣਾ ਜਾਣਿਆ ਸੀ, ਜਿਹਦੇ ਵਾਸਤੇ ਜੀਵਨ ਗੁਜ਼ਾਰ ਦਿੱਤਾ, ਮਕਸਦ ਹੀ ਇਹ ਸਮਝ ਲਿਆ ਸੀ। ਗੁਰੂਦੇਵ ਕਹਿੰਦੇ ਉੱਥੇ ਆਪਣਾ ਬਣਿਆ ਨਹੀਂ ਕੋਈ ਸਾਜਾਣੇ। ਘਰ ਤੇ ਦੇਤ ਨਿਕਾਰ। ਤੇ ਸਤਿਗੁਰ ਕਹਿੰਦੇ ਫਿਰ ਛੱਡ ਆਏ। ਲਟ ਛਿਟਕਾਏ ਤ੍ਰਿਆ ਰੋਵੈ, ਹੰਸ ਅਕੇਲਾ ਜਾਏ। ਤੋ ਸਾਹਿਬ ਆਖਦੇ ਨੇ ਭਾਈ ਇਹ ਸੱਚਾਈ ਹੈ ਜ਼ਿੰਦਗੀ ਦੀ। ਸੰਸਾਰ 'ਚ ਰਹੀਏ ਮਹਿਮਾਨ ਵਰਗੂ ਰਹੀਏ। ਸੰਸਾਰ 'ਚ ਰਹੀਏ ਇਹ ਜੋ ਦੁਨੀਆ ਸਿਹਰ ਮੇਲਾ, ਦਸਤਗਿਰੀ ਨਾ ਇਹ ਮੇਲੇ ਨਾ ਆਨੰਦ ਮਾਣੋ। ਪਰ ਇਹ ਯਾਦ ਰੱਖਿਓ, ਇਹ ਦੁਕਾਨਾਂ, ਇਹ ਮੇਲਾ ਸਦਾ ਨਹੀਂ ਰਹਿਣਾ। ਲੱਗਦਾ ਹੀ ਨਹੀਂ ਆਪਣੇ ਸਾਹਮਣੇ ਗਰਾਊਂਡ 'ਚ। 4-10 ਦਿਨ ਰੌਣਕ ਰਹੀ, ਫਿਰ ਬਾਅਦ 'ਚ ਪਤਲਾਂ ਉੱਡਦੀਆਂ ਨੇ, ਕੱਟਾ ਉੱਡਦਾ। ਬੜੀਆਂ ਕਨਾਤਾਂ ਲੱਗੀਆਂ, ਬੜੀਆਂ ਰੌਣਕਾਂ, ਬੜੀਆਂ ਲਾਈਟਾਂ, ਬੜੇ ਲੋਕ ਆ ਕੇ ਆਨੰਦ ਮਾਣਦੇ ਨੇ।
ਪਰ ਉਹ ਉਖੜ ਜਾਂਦੇ ਨੇ, ਟੈਂਟ ਚਲੇ ਜਾਂਦੇ ਨੇ ਉਹ ਲੋਕ, ਹੱਟੀਆਂ ਹੋਰ ਕਿਤੇ ਲੱਗ ਗਈਆਂ। ਤੋ ਸਾਹਿਬ ਕਹਿੰਦੇ ਜੀਵਨ ਨੂੰ ਵੀ ਇਸੇ ਤਰ੍ਹਾਂ ਜਾਣੀ ਸੌਖਾ ਹੋਏਗਾ, ਜੀਣਾ ਸੌਖਾ ਹੋਏਗਾ, ਜ਼ਿੰਦਗੀ ਦਾ ਬੋਝ ਹਲਕਾ ਹੋਏਗਾ। ਜਿੰਨਾ ਆਪਾਂ ਸੱਚਾਈ ਨਾਲ ਰੂਬਰੂ ਹੋ ਕੇ ਹੋਸ਼ ਨਾਲ ਜ਼ਿੰਦਗੀ ਜੀਵਾਂਗੇ, ਉਨਾ ਜੀਵਨ ਸੌਖਾ ਹੈ, ਉਨਾ ਆਨੰਦ ਹੈ। ਜਿੰਨੀ ਪਕੜ ਘੱਟ ਹੋਏਗੀ, ਜਿੰਨੀ ਪਕੜ ਜ਼ਿਆਦਾ ਹੈ, ਉਨੇ ਦੁਖੀ ਹਾਂ, ਉਨੀ ਪਰੇਸ਼ਾਨੀ ਹੈ। ਕੋਈ ਰੱਬ ਦਾ ਪਿਆਰਾ ਬਹੁਤ ਮਸਤੀ 'ਚ ਟਹਿਲ ਰਿਹਾ ਹੈ ਕਿਸੇ ਬਗੀਚੀ, ਪਾਰਕ, ਬਾਗ ਵਿੱਚ। ਕੋਈ ਧਨੀ ਅਮੀਰ ਬੜਾ ਦੁਖੀ ਕਲਪਿਆ ਹੋਇਆ, ਉਸ ਨੂੰ ਪੁੱਛਦਾ ਵੀ ਤੂੰ ਬੜਾ ਸੁਖੀ ਹੈ, ਮੈਂ ਬੜਾ ਦੁਖੀ ਹਾਂ। ਉਹ ਫਕੀਰ ਕਹਿਣ ਲੱਗਾ ਵੀ ਇਹ ਤੇ ਗੱਲ ਸੌਖੀ ਆ, ਦੇਖ ਇਸ ਬਾਗ ਬਗੀਚੀ 'ਚ ਆਪਾਂ ਟਹਿਲ ਰਹੇ ਹਾਂ, ਕਿਸੇ ਬੂਟੇ ਨੂੰ ਇੱਕ ਫੁੱਲ ਲੱਗਾ ਹੈ, ਕਿਸੇ ਨੂੰ ਇੱਕ ਵੀ ਨਹੀਂ ਲੱਗਾ, ਕਿਸੇ ਨੂੰ 5 ਲੱਗੇ ਨੇ, ਕਿਸੇ ਨੂੰ 10 ਲੱਗੇ ਨੇ, ਕਿਸੇ ਦੇ ਪੱਤੇ ਹਰੇ ਨੇ, ਸੁੱਕੇ ਨੇ, ਪਰ ਸਾਰੇ ਬੂਟੇ ਉੱਦਾਂ ਹੀ ਨੇ। ਇੱਕ ਵਾਲਾ ਰੋ ਨਹੀਂ ਰਿਹਾ, 10 ਵਾਲਾ ਹੰਕਾਰ ਨਹੀਂ ਕਰ ਰਿਹਾ ਵੀ ਮੇਰੇ ਕੋਲ ਫੁੱਲ ਜ਼ਿਆਦੇ, ਮੇਰੇ ਕੋਲ ਪੱਤੇ ਜ਼ਿਆਦੇ। ਆ ਦੇਖ ਬਗੀਚੀ ਕੋਲੋਂ ਖਿੜਨਾ ਸਿੱਖ ਲਈਏ। ਇੱਕ ਹੈ ਤਾਂ ਵੀ ਮੁਬਾਰਕ ਹੈ, 10 ਹੈ ਤਾਂ ਵੀ ਮੁਬਾਰਕ ਹੈ। ਜਿਹੜਾ ਬੂਟਾ ਛੋਟਾ ਹੈ ਉਹ ਵੀ ਖੁਸ਼ ਹੈ, ਜਿਹੜਾ ਬੂਟਾ ਵੱਡਾ ਹੈ ਉਹ ਵੀ ਖੁਸ਼ ਹੈ। ਸਾਡੀ ਜ਼ਿੰਦਗੀ 'ਚ ਦੁਖੀ ਹੁੰਨੇ ਆ ਪਕੜ ਕਰਕੇ, ਮੇਰੇ ਕੋਲ ਆ ਕਿਉਂ ਨਹੀਂ, ਮੇਰੇ ਕੋਲ ਇੱਦਾਂ ਕਿਉਂ ਨਹੀਂ। ਠੀਕ ਹੈ, ਜੋ ਮਾਲਕ ਨੇ ਬਖਸ਼ਿਆ, ਆਹਰ ਬਖਸ਼ਿਆ, ਉਦਮ ਬਖਸ਼ਿਆ, ਉਸ ਨੂੰ ਨਿਭਾ ਲਿਆ ਜਾਏ ਨਿਰਲੇਪ ਹੋ ਕੇ। ਸਾਹਿਬ ਆਖਦੇ ਨੇ ਜਿਵੇਂ ਇੱਕ ਮਹਿਮਾਨ ਹੁੰਦਾ ਹੈ, ਬਹੁਤਾ ਰੋਸਾ ਕਾਹਦਾ ਕਰਨਾ, ਬਿਸਤਰਾ ਕੈਸਾ ਮਿਲ ਗਿਆ, ਕਮਰਾ ਕੈਸਾ ਮਿਲ ਗਿਆ, ਭੋਜਨ ਕੈਸਾ ਮਿਲ ਗਿਆ, ਠੀਕ ਹੈ, ਉਹਨੂੰ ਪਤਾ ਹੁੰਦਾ ਮੈਂ ਕਿਹੜਾ ਸਦਾ ਇੱਥੇ ਰਹਿਣਾ। ਜਿਵੇਂ ਧਰਮਸ਼ਾਲਾ ਹੁੰਦੀ ਹੈ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਗੁਰੂਦੇਵ ਕਹਿੰਦੇ ਦਸਤ ਹੱਥ ਮੁੱਠੀ 'ਚ ਨਹੀਂ ਪਕੜਿਆ ਜਾ ਸਕਦਾ। ਸੰਸਾਰ ਦਾ ਸੁਭਾਅ ਹੀ ਇਸੇ ਤਰ੍ਹਾਂ ਹੈ। ਤਾਂ ਹੀ ਸ਼ਾਇਦ ਜਦੋਂ ਬੰਦਾ ਜਾਂਦਾ ਹੈ ਉਹਦੀਆਂ ਮੁੱਠੀਆਂ ਖੁੱਲੀਆਂ ਨੇ। ਬੱਚਾ ਜੰਮਦਾ ਹੈ, ਉਹਦੀਆਂ ਮੁੱਠੀਆਂ ਵੇਖੋ, ਛੋਟਾ ਬੱਚਾ ਸੁੱਤਾ ਹੁੰਦਾ ਹੈ, ਮੁੱਠੀਆਂ ਬੰਦ। ਮੁਰਦੇ ਦੀ ਹੱਥ ਦੀ ਮੁੱਠੀ ਬਣਾਓਗੇ ਤਾਂ ਵੀ ਖੁੱਲ ਜਾਣ। ਇਹਦਾ ਅਰਥ ਇਹੀ ਹੈ, ਕੁਦਰਤ ਸੰਕੇਤ ਦੇ ਰਹੀ ਹੈ, ਆਇਆ ਗਿਆ ਸੰਕੇਤ ਦਿੰਦੇ। ਬੱਚਾ ਜਨਮਿਆ, ਅਜੇ ਜੀਵਨ ਹੈ, ਅਜੇ ਸਵਾਸ ਨੇ, ਅਜੇ ਬਚਪਨ ਹੈ, ਅਜੇ ਜਵਾਨੀ ਦੀ ਆਸ ਹੈ, ਅਜੇ ਬੁਢੇਪੇ ਦੀ ਆਸ ਹੈ, ਅਜੇ ਸਵਾਸ ਨੇ, ਅਜੇ ਸਰਮਾਇਆ ਹੈ ਕੁਝ। ਸੰਸਾਰ ਤੋਂ ਚਲਾ ਗਿਆ, ਹੁਣ ਹੈ ਹੀ ਕੁਝ ਨਹੀਂ, ਹੱਥ ਖੁੱਲਾ ਹੈ, ਮੁੱਠੀ ਨਹੀਂ ਬੰਦ ਹੁੰਦੀ। ਉਹ ਦੱਸਦੀ ਹੈ ਕੁਦਰਤ ਦੀ ਘਟਨਾ ਵੀ ਜਿਹਨੂੰ ਸਾਹਿਬ ਜੀ ਕਹਿੰਦੇ ਕਬੀਰ, ਨਾਂਗੇ ਪਾਉ ਤੇ ਗਏ ਜਿਨ ਕੇ ਲਾਹ ਕਰੋੜ। ਜਿਹਨੂੰ ਭਗਤ ਕਬੀਰ ਜੀ ਕਹਿੰਦੇ, ਕਬੀਰ ਇਹ ਤਨ ਜਾਹੇਗਾ, ਇਹ ਯਾਦ ਰੱਖੀ, ਸਕੋ ਤਾਂ ਲਿਹੋ ਬਹੌਰ, ਨਾਂਗੇ ਪਾਉ ਤੇ ਗਏ ਜਿਨ ਕੇ ਲਾਖ ਕਰੋੜ। ਮੌਤ ਵਿਤਕਰਾ ਮਿਟਾ ਦਿੰਦੀ ਹੈ। ਅਮੀਰੀ ਗਰੀਬੀ ਦਾ, ਵੱਡੇ ਛੋਟੇ ਦਾ, ਗਿਆਨੀ ਧਿਆਨੀ ਦਾ, ਦਾਨੀ ਦਾ, ਮੌਤ ਵਿਤਕਰਾ ਮਿਟਾ ਦਿੰਦੀ ਹੈ। ਮੌਤ ਵਿੱਚ ਸਮਾਨਤਾ ਹੈ, ਬਰਾਬਰੀ ਹੈ। ਦੋ ਚੀਜ਼ਾਂ 'ਚ ਬਰਾਬਰੀ ਹੈ, ਇੱਕ ਕਾਲ ਵਿੱਚ ਤੇ ਇੱਕ ਅਕਾਲ ਵਿੱਚ ਸਾਂਝਾ ਹੈ। ਕਾਲ ਵੀ ਦੁਨੀਆ 'ਚ ਸਾਂਝਾ ਹੈ, ਹਿੰਦੂ ਮੁਸਲਮਾਨ, ਛੋਟਾ ਵੱਡਾ, ਜੀ ਜੰਤ ਸਭ ਵਾਸਤੇ ਕਾਲ ਵੀ ਸਾਂਝਾ ਹੈ, ਅਕਾਲ ਵੀ ਸਾਂਝਾ ਹੈ। ਸਮਾਨਤਾ ਹੈ, ਵਿਤਕਰਾ ਨਹੀਂ ਹੈ ਦੋਨਾਂ 'ਚ, ਨਾ ਕਾਲ 'ਚ ਨਾ ਅਕਾਲ ਦੇ ਵਿੱਚ। ਇਹ ਵਰਤੇਗਾ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਰੁੱਤ ਫੇਰੀ ਵਣ ਕੰਬਿਆ, ਪੱਤ ਝੜੇ ਚੜ ਪਾਏ। ਬਾਬਾ ਫਰੀਦ ਜੀ ਕਹਿੰਦੇ ਅੱਜ ਰੁੱਤ ਫਿਰ ਗਈ, ਅੱਜ ਸਦਾ ਬਸੰਤ ਨਹੀਂ ਰਹੀ, ਅੱਜ ਪੱਤੇ ਵੀ ਝੜ ਗਏ ਨੇ,
ਬਾਬਾ ਫਰੀਦ ਜੀ ਕਹਿੰਦੇ ਤਬਦੀਲੀ ਹੈ, ਕੁਦਰਤ ਤਬਦੀਲੀ ਹੈ, ਸੰਸਾਰ ਤਬਦੀਲੀ ਹੈ, ਸਰੀਰ ਤਬਦੀਲੀ ਹੈ, ਕਾਲ ਤਬਦੀਲੀ। ਕਾਲ ਦਾ ਅਰਥ ਹੀ ਬਦਲਾ, ਤਬਦੀਲੀ। ਅਕਾਲ ਵਾਹਿਗੁਰੂ ਜਿਹਦੇ 'ਚ ਬਦਲਾਅ ਨਹੀਂ ਹੈ, ਤਬਦੀਲੀ ਨਹੀਂ ਹੈ, ਯੁੱਗਾਂ ਤੋਂ ਇੱਕੋ ਜਿਹਾ, ਉਹ ਅਕਾਲ ਹੈ। ਤੋ ਫਰੀਦਾ ਰੁੱਤ ਫੇਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ, ਚਾਰੇ ਕੁੰਡਾਂ ਭਾਲੀਆਂ ਰਹਿਣ ਕਿਥਾਉ ਨਾਹੀ। ਬਾਬਾ ਫਰੀਦ ਜੀ ਕਹਿੰਦੇ ਕਿਹੜੀ ਦਿਸ਼ਾ 'ਚ ਜਾਵਾਂ ਜਿੱਥੇ ਕਾਲ ਨਾ ਹੋਏ। ਕਿਹੜੇ ਪਾਸੇ, ਅਮਰੀਕਾ 'ਚ ਜਾਵਾਂ, ਕਿਹੜੇ ਹਸਪੀਟਲ ਜਾਵਾਂ, ਕਿੱਥੇ ਜਾਵਾਂ ਜਿੱਥੇ ਕਾਲ ਨਾ ਹੋਏ। ਚਾਰੇ ਕੁੰਡਾਂ ਪਾਲੀਆਂ ਰਹਿਣ ਕਿਥਾਉ ਨਾ। ਇਹ ਥਿਰਤਾ ਨਹੀਂ ਹੈ ਸੰਸਾਰ 'ਚ, ਸਰੀਰ 'ਚ, ਇਸ ਕੁਦਰਤ ਵਿੱਚ ਬਦਲਾਅ ਹੈ, ਤਬਦੀਲੀ ਹੈ, ਚੱਲ ਰਹੀ ਹੈ। ਕਬੀਰ ਬੈਦ ਕਹਿ ਹੋਂ ਹੀ ਭਲਾ, ਦਾਰੂ ਮੇਰੇ ਵਸ, ਏ ਤੋ ਬਸਤ ਗੋਪਾਲ ਕੀ ਜਬ ਪਾਵੈ ਲੈ ਖਸ। ਤੇ ਮੇਰੇ ਗੁਰੂਦੇਵ ਜੀ ਬਖਸ਼ਿਸ਼ ਕਰਦੇ ਨੇ ਇਹ ਵਿਵਹਾਰ ਇਸੇ ਤਰ੍ਹਾਂ ਦਾ। ਤੂੰ ਰਹਿ ਸੰਸਾਰ 'ਚ ਆਨੰਦ ਲੈ, ਜ਼ਿੰਮੇਦਾਰੀਆਂ ਨਿਭਾ, ਵਿਵਹਾਰ ਠੀਕ ਰੱਖ, ਜਾਗਰਤ ਰਹਿ, ਹੋਸ਼ ਵਿੱਚ ਰਹਿ। ਅਗਿਆਨਤਾ ਬੇਸਮਝੀ 'ਚ ਜਿਹੜੇ ਥੋੜ੍ਹੇ ਜਿਹੇ ਸਵਾਸ ਮਿਲੇ ਨੇ ਨਾ ਲੰਘਾਈ। ਇਹਦੇ ਜ਼ਿੰਮੇਦਾਰੀਆਂ ਵੀ ਨਿਭਾ, ਸੇਵਾ ਵੀ ਹੋਏ, ਪਰਉਪਕਾਰ ਵੀ ਹੋਏ। ਜਿਸ ਮਾਲਕ ਨੇ ਜੀਵਨ ਦਿੱਤਾ ਉਹਦਾ ਸ਼ੁਕਰਾਨਾ ਵੀ ਹੋਏ। ਲਾਹਾ ਲੈ ਇਸ ਜੀਵਨ ਦਾ। ਸਾਹਿਬ ਆਖਦੇ ਨੇ ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ, ਯੈ ਦੇਖੋ ਹਿਰਦੈ ਵਿਚਾਰ। ਜਿਵੇਂ ਮ੍ਰਿਗ ਤ੍ਰਿਸ਼ਨਾ ਹੁੰਦੀ, ਮ੍ਰਿਗ ਹਿਰਨ, ਤ੍ਰਿਸ਼ਨਾ ਨੂੰ ਪਿਆਸ ਲੱਗਦੀ ਹੈ, ਉਹ ਸਾਹਮਣੇ ਪਾਣੀ ਹੈ, ਚਲੋ ਭੱਜ ਕੇ ਪੀ ਕੇ ਆਉਣਾ। ਪਰ ਜਦੋਂ ਉੱਥੇ ਜਾਂਦਾ, ਚਮਕਦੀ ਰੇਤ ਹੈ, ਤਪਦੀ ਰੇਤ ਹੈ, ਦੂਰੋਂ ਲੱਗਦਾ ਹੈ ਪਾਣੀ ਹੈ, ਪਿਆਸ ਬੁਝਾਏਗਾ, ਪਰ ਨੇੜੇ ਜਾ ਕੇ ਲੱਗਦਾ ਨਹੀਂ। ਇਹ ਸੰਸਾਰ ਵੀ ਮਿਰਗ ਤ੍ਰਿਸ਼ਨਾ, ਇਹ ਪਦਵੀ ਮਿਲ ਗਈ, ਆਹ ਮਿਲ ਗਿਆ, ਲੱਗਦਾ ਹੈ ਸੁੱਖ ਆਨੰਦ ਹੈ, ਪਰ ਉੱਥੇ ਪਹੁੰਚੇ ਕੁਝ ਵੀ ਨਹੀਂ, ਕੋਈ ਤਬਦੀਲੀ ਨਹੀਂ, ਕੋਈ ਖੇੜਾ, ਕੋਈ ਬਦਲਾਅ ਨਹੀਂ। ਇਹਦਾ ਅਰਥ ਇਹ ਨਹੀਂ ਵੀ ਜ਼ਿੰਦਗੀ ਨੂੰ ਅਗਾਂਹ ਵਧੂ ਹੋ ਕੇ ਨਹੀਂ ਜੀਣਾ, ਜੀਣਾ ਹੈ। ਪਰ ਇਹ ਯਾਦ ਰੱਖੀਏ, ਜੇ ਇਹ ਸਮਝਾਂਗੇ ਹਾਏ ਤਲਬ ਐ ਪ੍ਰਿਆਪਤ ਦੀ ਪ੍ਰਾਪਤੀ ਕਰਕੇ ਮੈਂ ਖੁਸ਼ ਹੋਊਂਗਾ, ਮੁਸ਼ਕਲ ਹੈ। ਇਹ ਮਿਰਗ ਤ੍ਰਿਸ਼ਨਾ ਹੈ। ਸਾਹਿਬ ਕਹਿੰਦੇ ਮਿਰਗ ਤ੍ਰਿਸ਼ਨਾ ਜਿਉਂ ਜਗ ਰਚਨਾ, ਸੰਸਾਰ ਦੀ ਰਚਨਾ ਦਿਸਦੀ ਹੋਰ ਹੈ ਹੋਰ ਹੈ। ਮੈਂ ਕਈ ਵਾਰ ਕਹਿਣਾ, ਵਸਤੂਆਂ ਦਾ ਜਿਸ ਤਰ੍ਹਾਂ ਦਾ ਸੁਭਾਅ ਹੁੰਦਾ ਹੈ ਉਸ ਤਰ੍ਹਾਂ ਦਾ ਸਮਝਦੇ ਨਹੀਂ ਅਸੀਂ, ਜਾਂ ਜਿੱਦਾਂ ਅਸੀਂ ਸਮਝਦੇ ਹਾਂ ਉੱਦਾਂ ਉਹਦਾ ਸੁਭਾਅ ਨਹੀਂ ਹੁੰਦਾ, ਵੱਖਰਾ ਹੈ। ਬ੍ਰਹਮ ਗਿਆਨੀ ਉਹੀ ਹੈ ਜਿਹੜਾ ਅਸਲ ਬੋਧ ਪ੍ਰਾਪਤ ਕਰ ਲੈਂਦਾ। ਆਪਾਂ ਤਾਂ ਉੱਪਰੋਂ ਉੱਪਰੋਂ ਦੇਖਦੇ ਹਾਂ। ਜਿਵੇਂ ਸਾਹਿਬ ਕਹਿੰਦੇ ਤੁਮਾਂ ਦਿਸਮ ਸੋਹਣਾ, ਜਿਵੇਂ ਕੌੜਾ ਜ਼ਹਿਰ ਵਾਲਾ ਫਲ ਬਾਹਰੋਂ ਲੱਗਦਾ ਹੈ ਖਰਬੂਜੇ ਵਰਗਾ ਮਿੱਠਾ, ਪਰ ਅੰਦਰੋਂ ਜ਼ਹਿਰ ਨਾਲ ਭਰੇ। ਵਿਖੰਦੜੋ ਕੀ ਨਾ ਭੁੱਲ, ਤੁਮਾਂ ਦਿਸਮ ਸੋਹਣਾ, ਅੱਡ ਨਾ ਲਹੰਦੜੋ ਮੁੱਲ, ਨਾਨਕ ਸਾਥ ਨਾ ਜੁਲਈ ਮਾਇਆ। ਤੋ ਮ੍ਰਿਗ ਤ੍ਰਿਸ਼ਨਾ ਹੈ, ਦੌੜ ਹੈ ਮਿਰਗ ਦੀ, ਪਿਆਸ ਮਿਟ ਜਾਏ ਪਰ ਮਿਟਦੀ ਨਹੀਂ ਹੈ। ਮਨੁੱਖ ਦੀ ਵੀ ਇਸੇ ਤਰ੍ਹਾਂ ਦੀ ਦੌੜ ਹੈ ਬਾਹਰ ਮੁਖੀ। ਜਿੱਥੇ ਸਾਹਿਬ ਕਹਿੰਦੇ ਦੇਖੋ ਹਿਰਦੈ ਵਿਚਾਰ, ਕਹੋ ਨਾਨਕ ਭਜ ਰਾਮ ਨਾਮ, ਨਿਤ ਜਾਤੇ ਹੋਤ ਉਦਾਰ। ਗੁਰਦੇਵ ਕਹਿੰਦੇ ਉਹਦੇ ਨਾਮ ਨੂੰ, ਉਹਦੀ ਹਸਤੀ ਨੂੰ, ਉਹਦੇ ਅਹਿਸਾਸ ਨੂੰ, ਉਹਦੀ ਹਾਜ਼ਰ ਨਾਜ਼ਰਤਾ ਨੂੰ, ਉਹਦੀ ਸਿਫਤ ਨੂੰ ਮਾਣ ਸਦਾ। ਜਾਤੇ ਹੋਤ ਉਦਾਰ, ਜਿਹਦੇ ਨਾਲ ਤੇਰਾ ਉਦਾਰ ਹੋਏ, ਜਿਹਦੇ ਨਾਲ ਤੇਰਾ ਵਿਵਹਾਰ ਠੀਕ ਹੋਏ, ਜਿਹਦੇ ਨਾਲ ਜਿੰਨਾ ਸਮਾਂ ਸਵਾਸ ਮਿਲੇ ਨੇ ਲਾਹਾ ਲਿਆ ਜਾਏ, ਕੁਝ ਆਪਣਾ ਭਲਾ ਹੋਏ, ਕੁਝ ਮਾਨਵਤਾ ਦਾ ਹੋਏ। ਪਰ ਪਹਿਲੋਂ ਮੈਂ ਕਹਿਣਾ ਹੁੰਦਾ ਤੁਹਾਨੂੰ ਸਵਾਰਥੀ ਹੋਣਾ ਪੈਣਾ। ਥੋੜ੍ਹੇ ਜਿਹੇ ਸਵਾਰਥੀ ਕਿਉਂ? ਪਹਿਲੋਂ ਆਪਣਾ ਭਲਾ ਕਰਨਾ ਪੈਣਾ, ਫੇਰ ਹੀ ਕਰਾਂਗੇ। ਪਹਿਲੋਂ ਆਪਣੇ ਆਪ ਚੋਂ ਕੁਝ ਲੱਭਣਾ ਪੈਣਾ,
ਫਿਰ ਹੀ ਦੂਜੇ ਦਾ ਭਲਾ ਹੈ, ਫਿਰ ਹੀ ਦੂਜੇ ਦੇ ਉੱਤੇ ਅਸਰ ਹੈ, ਫਿਰ ਹੀ ਦੂਜੇ ਦੇ ਉਹ ਜੀਵਨ 'ਤੇ ਪ੍ਰਭਾਵ ਹੋਏਗਾ। ਜ਼ਰੂਰੀ ਹੈ ਆਪਣਾ ਆਪ ਵੀ ਵੇਖਿਆ ਜਾਏ ਇਸ ਭੀੜ 'ਚ, ਇਸ ਪਰਿਵਾਰ 'ਚ। ਇਹ ਨਾ ਹੋਏ ਆਪਣਾ ਪਤਾ ਹੀ ਨਹੀਂ। ਮੈਂ ਕਈ ਵਾਰ ਕਹਿਣਾ ਹੁੰਦਾ, ਦੂਜੇ ਨੂੰ ਸੈੱਟ ਕਰਦੇ, ਆਪ ਅਪਸੈਟ ਨਾ ਹੋਈਏ। ਆਪਣਾ ਭਲਾ ਚਾਹੀਦਾ, ਆਪ ਸਵਾਰ ਕੇ ਫਿਰ ਹੀ ਦੂਜੇ ਨੂੰ ਸਵਾਰਾਂਗੇ। ਤੋ ਸਤਿਗੁਰ ਕਹਿੰਦੇ ਇਸ ਵਾਸਤੇ, ਭਾਈ ਇਹ ਜਗਤ ਦਾ ਵਿਵਹਾਰ ਹੈ। ਜਿਉਂਦਿਆਂ ਲੱਗ ਸੰਬੰਧ ਧਨ ਦਾ ਹੋਏ, ਸੰਬੰਧ ਰਿਸ਼ਤੇ ਦਾ ਹੋਏ, ਸੰਬੰਧ ਪਦਾਰਥ ਦਾ ਹੋਏ, ਇਹ ਸਰੀਰ ਦੇ ਤੱਕ ਹੈ ਬਸ। ਉਹਦੇ ਤੋਂ ਬਾਅਦ ਇਹ ਸੰਬੰਧ ਨਹੀਂ ਰਹਿਣਾ। ਹਾਂ, ਇੱਕ ਸੰਬੰਧ ਹੈ ਜੋ ਸਦਾ ਹੈ, ਮਾਲਕ ਦਾ, ਵਾਹਿਗੁਰੂ ਦਾ, ਪਰਮਾਤਮਾ ਦਾ। ਉਹਨੂੰ ਕਦੇ ਭੁੱਲ ਨਾ ਜਾਈ। ਅੱਗੇ ਵੀ ਸਾਹਿਬ ਜੀ ਇਹੀ ਇਸੇ ਭਾਵ ਨੂੰ ਪ੍ਰਗਟ ਕਰਦੇ ਨੇ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਪ੍ਰੀਤ ਸੱਚੀ ਵੀ ਹੈ, ਪ੍ਰੀਤ ਝੂਠੀ ਵੀ ਹੈ। ਝੂਠੀ ਪ੍ਰੀਤ ਕਿਉਂ ਹੈ? ਕਿਉਂਕਿ ਜਿਹਦੇ ਪਿੱਛੇ ਸਵਾਰਥ ਹੈ, ਬਸ ਆਪਣਾ ਕੰਮ ਨਿਕਲ ਗਿਆ, ਖਤਮ ਸਭ ਕੁਝ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ। ਦੁਨੀਆ ਸੁਖ ਕਰਕੇ ਸੰਬੰਧ ਜੋੜਦੀ। ਸੁਖ ਮਿਲੇਗਾ ਜਾਂ ਸੁਖ ਮਿਲ ਰਿਹਾ ਹੈ ਤਾਂ ਸੰਬੰਧ ਹੈ। ਧੀ ਪੁੱਤ ਪਰਿਵਾਰ, ਜਿਹਦੇ ਤੋਂ ਸੁੱਖ ਨਾ ਮਿਲਦਾ ਹੋਏ ਫਿਰ ਕੀ? ਆਪਾਂ ਵੇਹਨੇ ਹੀ ਆ ਆਪਣੀ ਸਹੂਲਤ ਵਾਸਤੇ। ਪਤਾ ਹੈ ਵੀ ਚਲੋ ਕੰਮ ਆ ਰਿਹਾ ਹੈ। ਜਦੋਂ ਫਿਰ ਉਹ ਸੰਬੰਧ ਟੁੱਟ ਗਿਆ, ਫਿਰ ਦੁਨੀਆ ਕਿੱਥੇ ਬਾਤ ਪੁੱਛਦੀ ਹੈ, ਕਿੱਥੇ ਸੰਭਾਲਦਾ ਕਿਸੇ। ਸਵਾਰਥ ਪੂਰਾ ਹੋ ਗਿਆ ਬਸ। ਸਾਡੇ ਸਾਹਮਣੇ ਹੀ ਹੈ, ਸਾਡੀ ਜ਼ਿੰਦਗੀ ਦੀਆਂ ਕਹਾਣੀਆਂ ਨੇ, ਆਸ ਪੜੋਸ ਵਿੱਚ ਵਰਤ ਰਹੇ ਹੈ। ਹੁਣ ਬਸ ਠੀਕ ਹੈ, ਪੈਨਸ਼ਨ ਆਪਣੇ ਨਾਂ ਤੇ ਲਵਾ ਲਈ, ਘਰ ਲੱਗ ਗਿਆ ਨਾ, ਹੁਣ ਕੀ ਕਰਨਾ ਬੇਬੇ ਬਾਪੂ ਦਾ? ਕੌਣ ਪੁੱਛਦਾ? ਇਕੱਲਾਪਨ, ਦੁੱਖ, ਸੰਤਾਪ, ਜਦੋਂ ਸਭ ਤੋਂ ਵੱਧ ਲੋੜ ਹੁੰਦੀ ਹੈ ਕਿਸੇ ਰਿਸ਼ਤੇ ਦੀ, ਤੇ ਦੁਨੀਆ ਸਭ ਤੋਂ ਵੱਧ ਸਾਥ ਵੀ ਉਦੋਂ ਛੱਡਦੀ ਹੈ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਉਹ ਸਾਥ। ਜਦੋਂ ਸਭ ਤੋਂ ਵੱਧ ਲੋੜ ਸੀ ਧੀ ਦੀ, ਪੁੱਤ ਦੀ, ਪੋਤੇ ਦੀ, ਉਦੋਂ ਕੋਈ ਲਾਗੇ ਨਹੀਂ ਆਇਆ। ਇਹ ਸੰਸਾਰ ਦਾ ਵਿਵਹਾਰ ਹੈ। ਤੋ ਆਪਣੇ ਹੀ ਸੁੱਖ ਸਿਉ ਸਭ ਲਾਗੇ। ਸੁੱਖ ਕਰਕੇ ਸੰਬੰਧ ਜੋੜਦੇ ਹਾਂ ਆਪਾਂ। ਰੱਬ ਦਾ ਵੀ ਹੈ, ਭਗਤੀ ਦਾ ਵੀ ਹੈ। ਕਾਹਦਾ ਸੰਬੰਧ ਹੈ? ਸੁੱਖ ਮਿਲੇਗਾ, ਸੰਬੰਧ ਹੈ, ਜੋੜਦੇ ਹਾਂ ਆਪਾਂ। ਕਿਸੇ ਰਿਸ਼ਤੇ ਦਾ, ਕਿਸੇ ਮਿੱਤਰ ਦਾ ਸੰਬੰਧ ਸੁੱਖ ਦੁੱਖ ਦੇ ਰਿਹਾ, ਆਪਾਂ ਕਿਉਂ ਸੰਬੰਧ ਰੱਖਾਂਗੇ? ਸਾਹਿਬ ਕਹਿੰਦੇ, ਕਿਆ ਦਾਰਾ ਕਿਆ ਮੀਤ, ਕੀ ਇਸਤਰੀ ਹੈ, ਕੀ ਮਿੱਤਰ ਹੈ, ਕੀ ਸੰਬੰਧ ਹੈ, ਕੋਈ ਵੀ ਹੋਏ। ਗੁਰਦੇਵ ਜੀ ਕਹਿ ਰਹੇ ਨੇ, ਮੇਰੋ ਮੇਰੋ ਸਭੋ ਕਹਿਤ ਹੈ, ਹਿਤ ਸਿਉ ਬਾਂਧਿਓ ਚੀਤ। ਹਾਂ, ਮੇਰਾ ਮੇਰਾ ਕਹਿੰਦੇ ਨੇ ਜਦੋਂ ਸਵਾਰਥ ਪੂਰਾ ਹੁੰਦਾ। ਸਵਾਰਥ ਹੈ, ਅਜੇ ਲੋੜ ਹੈ, ਉਦੋਂ ਚਿਰ ਤੱਕ ਮੇਰਾ ਮੇਰਾ। ਹਿਤ ਸਿਉ ਬਾਂਧਿਓ ਚੀਤ। ਬੜੇ ਗੁਰਦੇਵ ਕਹਿੰਦੇ ਅੰਦਰੋਂ ਚਿੱਤ ਕਰਕੇ, ਤੇ ਅੰਤ ਕਾਲ ਸੰਗੀ ਨਾ ਕੋਈ, ਇਹ ਚਰਜ ਹੈ ਰੀਤ। ਪਰ ਬੜੀ ਹੈਰਾਨੀ ਦੀ ਗੱਲ ਹੈ, ਸਤਿਗੁਰੂ ਆਖਦੇ ਨੇ ਅੰਤ ਕਾਲ ਕੋਈ ਸੰਗੀ ਨਹੀਂ ਹੁੰਦਾ। ਇਹ ਸੰਸਾਰ ਦੀ ਰੀਤ ਹੈ, ਕੁਦਰਤ ਦੀ ਰੀਤ ਹੈ ਕਹਿ ਲਈਏ ਆਪਾਂ। ਇਹ ਬੜੀ ਅਚਰਜ ਹੈਰਾਨੀ ਵਾਲੀ ਹੈ। ਗੁਰਦੇਵ ਕਹਿੰਦੇ ਪ੍ਰੀਤ ਹੈ, ਪਰ ਵਕਤੀ ਪ੍ਰੀਤ ਹੈ, ਕਿਸੇ ਕਾਰਨ ਕਰਕੇ ਪ੍ਰੀਤ। ਉਹ ਕਾਰਨ ਪੂਰਾ ਹੋ ਗਿਆ, ਸੰਬੰਧ ਟੁੱਟ ਗਿਆ। ਇਸ ਵਾਸਤੇ ਸਾਹਿਬ ਆਖਦੇ ਨੇ, ਬੜਾ ਹੈਰਾਨੀਜਨਕ ਸੰਸਾਰ ਦਾ ਵਰਤਾਰਾ ਹੈ, ਬੜਾ ਕਠੋਰ ਵੀ ਹੈ। ਇਹ ਰੱਬ ਦੀ ਕੁਦਰਤ ਹੈ। ਅਤ ਢੀਠ ਕਰਮ। ਗੁਰਦੇਵ ਨੇ ਰੱਬ ਦਾ ਸੁਭਾਅ ਵੀ ਦੱਸਿਆ। ਸਾਹਿਬ ਕਹਿੰਦੇ ਅਤ ਢੀਠ ਕਰਮ, ਬੜੇ ਢੀਠ ਕਠੋਰ। ਉਹ ਕੁਦਰਤ ਦੇ ਨਿਯਮ ਬੜੇ ਕਠੋਰ ਨੇ। ਉਹ ਲਿਹਾਜ਼ ਨਹੀਂ ਕਰਦੇ ਕਿਸੇ ਦਾ। ਤੋ ਇਹ ਅਚਰਜ ਰੀਤ ਹੈ ਸੰਸਾਰ ਦੀ, ਵਿਵਹਾਰ ਦੀ। ਗੁਰਦੇਵ ਕਹਿੰਦੇ, ਮਨ ਮੂਰਖ ਅਜਹੂ ਨਾ ਸਮਝਤ। ਤਨ ਤੇ ਸਮਝਦਾ, ਮਨ ਨਹੀਂ ਸਮਝਦਾ।
ਤਨ ਤੇ ਪੰਘੂੜੇ ਤੋਂ ਉੱਠ ਕੇ ਤੁਰ ਪੈਂਦਾ ਸਹਿਜ ਸਹਿਜ ਉਧਰ ਨੂੰ। ਉਹ ਜੋ ਦਿਸਣ ਢੇਰੀਆਂ ਉੱਪਰ ਜਾਮੇ ਕੱਖ, ਉੱਥੇ ਗਿਆ ਨਾ ਕੋਈ ਬੌੜਿਆ ਜਾਂਦੇ ਦਿਸੇ ਲੱਖ। ਤਨ ਤੇ ਤੁਰ ਪੈਂਦਾ ਉਧਰ, ਤੁਰ ਰਿਹਾ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਗੌਰ ਨਿਮਾਣੀ ਛੱਡ ਕਰੈ, ਨੇ ਘਰਿਆ ਘਰ ਆਓ, ਸਰ ਪਰ ਮੈਥੇ ਆਵਣਾ, ਮਰਨੋਂ ਨਾ ਡਰਿਆਓ। ਕਹਿ ਰਹੀ ਹੈ ਬਾਣੀ, ਕਹਿ ਰਹੇ ਨੇ ਗੁਰਾਂ ਦੇ ਬੋਲ, ਭਗਤ ਸਾਹਿਬਾਨਾਂ ਦੇ ਬੋਲ। ਪਰ ਮਨ ਨਹੀਂ ਮੰਨਦਾ, ਤਨ ਥੱਕਾ ਮਨ ਦਹਿ ਦਿਸਤਾਵੈ। ਤਨ ਥੱਕ ਜਾਂਦਾ ਹੈ, ਮਨ ਅੱਕਦਾ ਹੀ ਨਹੀਂ। ਮੁਸ਼ਕਲ ਹੈ ਸਾਡੀ ਇੱਥੇ, ਪਛਤਾਵਾ ਹੈ। ਇੱਕ ਉਧਰ ਖਿੱਚ ਰਿਹਾ, ਇੱਕ ਉਧਰ ਖਿੱਚ ਰਿਹਾ। ਤਨ ਦੀ ਲੋੜ ਨਹੀਂ ਹੈ, ਪਰ ਮਨ ਦੀ ਵਾਸ਼ਨਾ ਕੀ ਕਰੇ। ਤਨ ਦੀ ਲੋੜ ਨਹੀਂ ਰਹੀ, ਹੁਣ ਤਨ 'ਚੋਂ ਸ਼ਕਤੀ ਨਹੀਂ ਰਹੀ ਭੋਗਣ ਦੀ, ਪਰ ਮਨ 'ਚ ਵਾਸ਼ਨਾ ਹੈ। ਮਨ ਅਜੇ ਅੱਕਿਆ ਨਹੀਂ ਹੈ। ਤੋ ਸਤਿਗੁਰ ਕਹਿੰਦੇ ਸਮਝਦਾ ਨਹੀਂ ਹੈ, ਤੁਰਦਾ ਨਹੀਂ ਹੈ ਮਨ। ਸਾਹਿਬ ਕਹਿੰਦੇ ਮਨ ਮੂਰਖ ਅਜ ਹੂੰ ਨਾ ਸਮਝਤ, ਸਿੱਖ ਦੈ ਹਾਰਿਓ ਨੀਤ ਨੇਤੀ। ਜਿਹਨੂੰ ਗੁਰਦੇਵ ਨੇ ਆਪਾਂ ਬਚਨ ਸਾਂਝੇ ਕੀਤੇ ਸੀ, ਸੁਆਨ ਪੂਛ ਜਿਉਂ ਹੋਏ ਨਾ ਸੂਧੋ, ਕਹਿਓ ਨਾ ਕਾਨ ਤਰੈ। ਮਨ ਵੀ ਕੁੱਤੇ ਦੀ ਪੂੰਛ ਵਰਗਾ, ਗੁਰੂ ਤੇਗ ਬਹਾਦਰ ਜੀ ਕਹਿੰਦੇ। ਜਿਵੇਂ ਕੁੱਤੇ ਦੀ ਪੂੰਛ ਸਿੱਧੀ ਨਹੀਂ ਹੁੰਦੀ, ਇਹ ਵੀ ਮੰਨਦਾ ਨਹੀਂ ਹੈ। ਕੁਝ ਵੀ ਹੋ ਜਾਏ ਹਾਂ ਹਾਂ ਕਹੇਗਾ, ਉੱਪਰੋਂ ਉੱਪਰੋਂ ਕਹੇਗਾ, ਪਰ ਇਹਨੂੰ ਸਮਝ ਹੀ ਨਹੀਂ ਆਉਂਦੀ ਵੀ ਮਨ ਤੂੰ ਨਿਰਲੇਪ ਹੋ, ਤੂੰ ਬੋਧ ਚਾ, ਤੂੰ ਸੱਚ ਨੂੰ ਸੰਭਾਲ। ਇਹ ਕੁਟੰਬ ਹੈ ਸਰੀਰ ਸੰਸਾਰ ਦਾ, ਨਿਭਿਆ ਜਿੰਨਾ ਚਿਰ ਤੱਕ ਨਿਭਿਆ। ਤੂੰ ਤੇ ਸ਼ਬਦ ਨੂੰ ਸੰਭਾਲ ਨਾ, ਗੁਰੂ ਅਮਰਦਾਸ ਸਾਹਿਬ ਆਖਦੇ। ਤੋ ਮਨ ਮੂਰਖ ਅਜਹੂ ਨਾ ਸਮਝਤ, ਸਿੱਖ ਦੈ ਹਾਰਿਓ ਨੀਤ, ਨਾਨਕ ਭੌਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਮੇਰੇ ਸਾਹਿਬ ਕਹਿੰਦੇ, ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਭੌਜਲ ਪਾਰ ਪਰੈ। ਇਹ ਜ਼ਿੰਦਗੀ ਦੇ ਭਵਜਲ ਤੋਂ ਪਾਰ ਹੋ ਸਕਦਾ ਹੈ, ਪਾਰ ਲੰਘ ਜਾਂਦਾ ਹੈ। ਬਸ ਇੱਕੋ ਹੀ ਹੈ, ਸਹਾਰਾ ਮਿਲ ਜਾਏ, ਬੇੜਾ ਮਿਲ ਜਾਏ, ਮਲਾਹ ਮਿਲ ਜਾਏ। ਕਿਹੜਾ? ਨਾਮ ਰੂਪ ਅੰਦਰ, ਪਰਮਾਤਮਾ ਰੂਪ ਅੰਦਰ।